हेलो स्टूडेंट्स, बेटा अपनी यूनिट 7 चल रही सी पी ब्लॉक एलिमेंट्स जिस ਦੇ ਵਿੱਚ ਆਪਾਂ ਕੰਪਲੀਟ ਕਰ ਚੁੱਕੇ ਹਾਂ ਗਰੁੱਪ 15 ਐਂਡ 16 ਐਲੀਮੈਂਟਸ ਤੇ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਗਰੁੱਪ 17 ਐਲੀਮੈਂਟ। ਥੋੜਾ ਜਿਹਾ ਅਗਰ ਆਪਾਂ ਰੀਕੈਪ ਕਰੀਏ ਤਾਂ ਦੇਖੋ ਪੀ ਬਲॉक ਸਟਾਰਟ ਹੁੰਦਾ ਗਰੁੱਪ 13 ਤੋਂ, ਠੀਕ ਹੈ। ਦੈਨ ਕਿੰਨੇ ਤੱਕ ਜਾਂਦਾ ਬੇਟਾ ਇਹ 18 ਤੱਕ, ਗਰੁੱਪ 13 14 15 16 17 ਐਂਡ 18, ਠੀਕ ਹੈ। 13 ਤੇ 14 ਬੋਰੋਨ ਤੇ ਕਾਰਬਨ ਫੈਮਿਲੀ ਤੁਸੀਂ +1 ਚ ਪੜ੍ਹ ਕੇ ਆਏ ਹੋ, ਠੀਕ ਹੈ। 15 16 ਆਪਾਂ ਕੰਪਲੀਟ कर चुके हैं, ठीक है। नाइट्रोजन ते ऑक्सीजन फैमिली ते आज ਆਪਾਂ ਕਿਹੜੀ ਫੈਮਿਲੀ ਸਟਾਰਟ ਕਰਨੀ ਹੈ ਗਰੁੱਪ 17 मतलब फ्लोरीन फैमिली, ठीक है। ਦੈਨ ਹੁਣ ਦੇਖੋ ਬੇਟਾ ਇਸ ਤੋਂ ਬਾਅਦ ਅੱਜ ਆਪਾਂ ਗਰੁੱਪ 17 ਕੰਪਲੀਟ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਗਰੁੱਪ 17 ਐਲੀਮੈਂਟਸ ਪਤਾ ਹੋਣੇ ਚਾਹੀਦੇ ਨੇ ਕਿਹੜੇ ਕਿਹੜੇ ਨੇ ਆਪਣੇ ਕੋਲੇ, ਫਲੋਰੀਨ, ਕਲੋਰੀਨ, ब्रोमीन, आयोडीन एंड लास्ट वन इज द एस्टाटाइन, ठीक है। ये अपने को किहड़े एलिमेंट्स ने ग्रुप 17 एलिमेंट्स, ओके। ਤੇ ਗਰੁੱਪ 17 ਐਲੀਮੈਂਟਸ ਨੂੰ ਫਸਟ ਆਫ ਆਲ ਹੈਲੋਜਨਸ ਵੀ ਕਿਹਾ ਜਾਂਦਾ, ਠੀਕ ਹੈ ਜੀ। ਕੀ ਕਿਹਾ ਜਾਂਦਾ ਗਰੁੱਪ 17 ਐਲੀਮੈਂਟਸ ਨੂੰ? ਹੈਲੋਜਨਸ। ਹੈਲੋਜਨ ਵਰਡ ਜਿਹੜਾ ਡਰਾਈਵ ਕੀਤਾ ਗਿਆ ਇਹ ਗ੍ਰੀਕ ਲੈਂਗੁਏਜ ਦੇ 2 ਵਰਡਸ ਤੋਂ ਡਰਾਈਵ ਕੀਤਾ ਗਿਆ, ਗ੍ਰੀਕ ਲੈਂਗੁਏਜ ਦੇ 2 ਵਰਡਸ ਤੋਂ ਡਰਾਈਵ ਕੀਤਾ ਗਿਆ ਬੇਟਾ। ਕਿਹੜੇ 2 ਵਰਡਸ ਨੇ? ਫਰਸਟ ਇਜ਼ ਦਾ ਹੈਲੋ ਐਂਡ ਸੈਕੰਡ ਵਨ ਇਜ਼ ਦਾ ਜੈਂਸ। ਹੈਲੋ ਮੀਨਸ ਹੁੰਦਾ ਅਗਰ ਜੇ ਸੀ ਸਾਲਟ, ਹੈਲੋ ਮੀਨਿੰਗ ਕੀ ਹੁੰਦਾ? ਸੀ ਸਾਲਟ ਐਂਡ ਜੈਂਸ मीन्स ਹੁੰਦਾ प्रोड्यूसिंग। ਇਹਦਾ ਮਤਲਬ ਇਹ ਹੋਇਆ ਕਿ ਆਪਾਂ ਨੂੰ ਇਹ ਜਿੰਨੇ ਵੀ ਗਰੁੱਪ 17 ਦੇ ਗਰੁੱਪ 17 ਦੇ ਐਲੀਮੈਂਟਸ ਨੇ ਇਹ ਆਪਾਂ ਨੂੰ ਸੀ ਸਾਲਟ ਦੀ ਫਾਰਮ ਦੇ ਵਿੱਚ ਮਿਲਦੇ ਨੇ, ਠੀਕ ਆ। ਕਿਹੜੀ ਫਾਰਮ ਦੇ ਵਿੱਚ? ਸੀ ਸਾਲਟ ਦੀ ਫਾਰਮ ਦੇ ਵਿੱਚ। मीनिंग अगर आप देखिए फ्लोरीन, क्लोरीन, ब्रोमीन। हुण क्लोरीन देखो, क्लोरीन ਆਪਾਂ ਨੂੰ ਕਿੱਦਾਂ ਮਿਲਦਾ ਅਗਰ सोडियम क्लोराइड ਦੀ ਫਾਰਮ ਦੇ ਵਿੱਚ, ਤੇ सोडियम क्लोराइड ਕੀ ਹੈ? ਇੱਕ ਸਾਲਟ ਆ ਜਿਹੜਾ ਮੋਸਟਲੀ ਆਪਾਂ ਨੂੰ ਕਿੱਥੋਂ ਮਿਲਦਾ ਪੁੱਤਰ ਜੀ? ਸੀਸ ਤੋਂ ਮਿਲਦਾ। ਕਲੀਅਰ? ਤਾਂ ਇਟ ਮੀਨਸ ਕੀ ਹੋਇਆ ਕਿ ਇਹਦੇ ਜਿਹੜੇ ਫਸਟ 3 ਐਲੀਮੈਂਟਸ ਨੇ ਇਟ ਐਗਜ਼ਿਸਟ ਐਜ਼ ਅ ਸਾਲਟ ਇਨ ਅ ਸੀ ਵਾਟਰ, ਠੀਕ ਹੈ। ਫੋਰ ਐਗਜ਼ਾਮਪਲ सोडियम क्लोराइड, सोडियम ब्रोमाइड ਜਾਂ पोटाशियम फ्लोराइड, ठीक है जी। ਤਾਂ ਕਰਕੇ ਆਪਾਂ ਗਰੁੱਪ 17 ਐਲੀਮੈਂਟਸ ਨੂੰ ਕੀ ਕਹਿ ਦਿੰਦੇ ਹੁੰਦੇ ਆ? ਹੈਲੋਜਨਸ, ਠੀਕ ਹੈ। ਬਹੁਤ ਪਪੂਲਰ ਨੇਮ ਆ ਅਗਰ ਜੇ ਇਹਦਾ। ਦੈਨ ਉਸ ਤੋਂ ਬਾਅਦ ਇਹਦੀ ਤੁਹਾਨੂੰ ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਪਤਾ ਹੋਣੀ ਚਾਹੀਦੀ ਆ। ਹੁਣ ਦੇਖੋ ਗਰੁੱਪ 17 ਐਲੀਮੈਂਟਸ ਦੀ ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੋਣੀ ਹੈ? ਮੈਂ ਤੁਹਾਨੂੰ ਕਿੱਦਾਂ ਸਮਝਾਇਆ ਸੀਗਾ ਕਿ ਅਗਰ 17 ਨੂੰ ਬਿਲੋਂਗ ਕਰਦਾ ਤਾਂ 10 ਸਬਟ੍ਰੈਕਟ ਕਰ ਦਿਆ ਕਰੋ, ਠੀਕ ਹੈ। ਤਾਂ ਆਪਣੇ ਕੋਲੇ ਪਿੱਛੇ ਕਿੰਨੇ ਰਹਿ ਗਏ? 7। ਤੇ ਇਟ ਮੀਨਸ ਇਹਨਾਂ ਸਾਰਿਆਂ ਕੋਲ ਵੈਲੈਂਸ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੋਣਗੇ? 7 ਹੋਣਗੇ, ਠੀਕ ਹੈ। ਤੇ ਜਦੋਂ ਤੱਕ s ਦਾ ਆਰਬਿਟਲ ਕੰਪਲੀਟ ਨਹੀਂ ਹੁੰਦਾ ਉਦੋਂ ਤੱਕ p ਚ ਜਾਣਾ ਸਟਾਰਟ ਨਹੀਂ ਹੁੰਦੇ। ਤਾਂ ns2 s ਕੰਪਲੀਟਲੀ ਫਿਲਡ ਹੋ ਗਿਆ ਤੇ p ਦੇ ਵਿੱਚ ਕਿੰਨੇ ਹੋਣਗੇ ਕਿ ਅਗਰ ਆਪਾਂ ਨੇ 7 ਇਲੈਕਟ੍ਰੋਨਸ ਬਣਾਉਣੇ ਨੇ ns2 np5, ਠੀਕ ਹੈ। तो इसकी जनरल इलेक्ट्रॉनिक कन्फिगरेशन की होनी है ns2 np5, ओके। तो फ्लोरीन का केड़ा शैल आ गया? सैकंड शैल, क्लोरीन का 3rd शैल, ब्रोमीन का 4th शैल, आयोडीन का 5th शैल ते एस्टाटाइन का 6th शैल, ठीक है जी। तो इहदी देखो फ्लोरीन की इलेक्ट्रॉनिक कन्फिगरेशन की होनी है बेटा 2s2 2p5, क्लोरीन की होनी है 3s2 3p5 ਤੇ ਬ੍ਰੋਮੀਨ ਦੀ 4s2 4p5, ਆਇਓਡੀਨ ਦੀ ਕੀ ਹੋਣੀ ਆ 5s2 5p5 ਐਂਡ ਲਾਸਟ ਵਨ ਇਜ਼ ਦਾ ਐਸਟਾਟਾਈਨ ਦੀ ਕੀ ਹੋਣੀ ਆ 6s2 6p5, ओके। तो इन्ने सारे ग्रुप की जनरल इलैक्ट्रॉनिक कन्फिगरेशन ते आपां इन्हां नूं की कह दिंदे आ? हैलोजन्स कह दिंदे आ, ठीक है। तो ग्रुप 17 दे आपां थोड़ी जी जनरल इन्फॉर्मेशन सीगी जिहदे बारे तुहानूं पता होना चाहिए। हुण आपां नैक्सट करदे इन्हां दे मोस्ट इंपॉर्टेंट क्वेश्चंस, ओके। तो फर्स्ट ऑफ ऑल अपने ग्रुप 16 तक पुत्र जी 70 क्वेश्चन कंप्लीट हो चुके सीगे ते अज आपां स्टार्ट करन जा रहे हां क्वेश्चन नंबर 71, ठीक है। हुण क्वेश्चन 71 की है? सारे ही मोस्ट इंपॉर्टेंट क्वेश्चन है। क्वेश्चन ध्यान नाल समझो। वाई फ्लोरीन इज more reactive, why fluorine is more reactive than other halogens, why fluorine is more reactive than other halogens, ठीक है। तो ਹੁਣ ਧਿਆਨ ਨਾਲ ਸਮਝੋ। ਹੁਣ ਇੱਥੇ ਜਿਹੜਾ ਫਲੋਰੀਨ ਆ ਸਭ ਤੋਂ ਪਹਿਲਾ ਹੀ ਐਲੀਮੈਂਟ ਆ ਬੇਟਾ ਫਲੋਰੀਨ, ਠੀਕ ਹੈ। ਫਲੋਰੀਨ ਐਕਚੁਅਲੀ ਕਿੱਦਾਂ ਐਗਜ਼ਿਸਟ ਕਰਦੀ ਹੈਗੀ? F2 ਦੇ ਵਿੱਚ। ਕਿੱਦਾਂ ਐਗਜ਼ਿਸਟ ਕਰਦੀ ਹੈ ਬੇਟਾ? F2 ਦੀ ਫਾਰਮ ਦੇ ਵਿੱਚ, ਠੀਕ ਹੈ। ਸਾਰੇ ਹੈਲੋਜਨਸ ਹੀ ਡਾਇਐਟੋਮਿਕ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਨੇ। ਤਾਂ ਹੁਣ ਜਿਹੜੀ ਫਲੋਰੀਨ ਹੈਗੀ ਅਗਰ ਆਪਾਂ ਇਸ ਦੀਆਂ ਰਿਐਕਸ਼ਨਸ ਕਰਵਾਈਏ ਤਾਂ ਬਹੁਤ ਜਲਦੀ ਰਿਐਕਟ ਕਰ ਜਾਂਦੀ ਹੈ ਫਲੋਰੀਨ। ਈਵਨ ਇਸ ਦੀਆਂ ਰਿਐਕਸ਼ਨਸ ਐਕਸਪਲੋਸਿਵ ਹੁੰਦੀਆਂ ਨੇ, ਠੀਕ ਹੈ। ਫਲੋਰੀਨ ਦੀਆਂ ਆਪਾਂ ਰਿਐਕਸ਼ਨਸ ਡਾਇਰੈਕਟ ਨਹੀਂ ਕਰ ਸਕਦੇ, ਤੁਸੀਂ ਆਰਗੈਨਿਕ ਦੇ ਵਿੱਚ ਵੀ ਅੱਗੇ ਜਾ ਕੇ ਪੜੋਗੇ, ਠੀਕ ਹੈ, ਕਿ ਡਾਇਰੈਕਟ ਫਲੋਰੀਨ ਯੂਜ਼ ਨਹੀਂ ਕੀਤੀ ਜਾਂਦੀ। ਫਲੋਰੀਨ ਮੋਸਟਲੀ ਇਨ ਦਾ ਫਾਰਮ ਆਫ ਕੰਪਾਊਂਡਸ ਜਾਂ ਇਨ ਸੀਟੂ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਫਲੋਰੀਨ
बहुत ज्यादा रिएक्टिव क्यों आ? ਇਹਦਾ बेसिकली रीजन की है बेटा कि ਜਿਹੜੀ फ्लोरीन आ इसकी इलैक्ट्रॉनिक कन्फिगरेशन ਹੁੰਦੀ है 2s2 2p5 ठीक है जी की ਹੁੰਦੀ है 2s2 2p5 ਐਕਚੁਅਲ ਦੇ ਵਿੱਚ ਪੁੱਤਰ ਜੀ ਆਪਣੇ ਕੋਲੇ ਇੱਕ ਫਲੋਰੀਨ ਦੇ ਕੋਲੇ ਵੈਲੈਂਸ ਸ਼ੈਲ ਦੇ ਵਿੱਚ 7 ਇਲੈਕਟ੍ਰॉन्स ਪਏ ਹੁੰਦੇ ਨੇ ਠੀਕ ਹੈ ਤਾਂ ਅਗਰ ਇਸ ਦੇ ਕੋਲੇ 7 ਇਲੈਕਟ੍ਰॉन्स ਨੇ ਤਾਂ ਆਕਟੇਟ ਕੰਪਲੀਟ ਕਰਨ ਵਾਸਤੇ ਆਪਾਂ ਨੂੰ ਕਿੰਨੇ ਇਲੈਕਟ੍ਰॉन ਚਾਹੀਦੇ ਨੇਗੇ 8 ਇਲੈਕਟ੍ਰॉन ਠੀਕ ਹੈ ਮੀਨ 7 ਤੇ ਇਹਨਾਂ ਕੋਲ ਆਪਣੇ ਇਲੈਕਟ੍ਰॉन ਹੈਗੇ ਨੇ ਤੇ ਸਿਰਫ ਇੱਕ ਇਲੈਕਟ੍ਰॉन ਅਗਰ ਸ਼ੇਅਰ ਕਰ ਲੈਣ ਤਾਂ ਇਹਨਾਂ ਦੇ ਕੋਲੇ ਵੈਲੈਂਸ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰॉन ਹੋ ਜਾਣਗੇ 8 ਇਲੈਕਟ੍ਰॉन ਹੋ ਜਾਣਗੇ ਤਾਂ ਇੱਥੇ ਫਲੋਰੀਨ ਦਾ ਆਪਸ ਦੇ ਵਿੱਚ ਸਿੰਗਲ ਬੌਂਡ ਬਣਿਆ ਹੁੰਦਾ ਠੀਕ ਹੈ ਤੇ ਇੱਕ ਫਲੋਰੀਨ ਛੋਟਾ ਜਿਹਾ ਐਟਮ ਆ ਠੀਕ ਹੈ ਸਾਈਜ਼ ਇਹਦਾ ਬਹੁਤ ਛੋਟਾ ਹੁੰਦਾਗਾ ਬੇਟਾ ਫਲੋਰੀਨ ਕਲੋਰੀਨ ਦਾ ਸਾਈਜ਼ ਵੱਡਾ ਬ੍ਰੋਮੀਨ ਦਾ ਸਾਈਜ਼ ਉਸ ਤੋਂ ਵੱਡਾ ਠੀਕ ਹੈ ਫਲੋਰੀਨ ਦਾ ਸਾਈਜ਼ ਛੋਟਾ ਹੁੰਦਾ ਬਟ ਇਲੈਕਟ੍ਰॉन ਕਿੰਨੇ ਹੁੰਦੇ ਨੇ ਇਸ ਦੇ ਕੋਲੇ 7 ਇਲੈਕਟ੍ਰॉन ਹੁੰਦੇ ਨੇ ਠੀਕ ਹੈ ਤਾਂ ਅਗਰ ਆਪਾਂ ਦੇਖੀਏ ਤੇ ਇੱਥੇ ਆਪਣੇ ਕੋਲੇ ਇਹ ਫਲੋਰੀਨ ਦਾ ਆਕਟੇਟ ਕੰਪਲੀਟ ਹੋਇਆ ਪਿਆ ਠੀਕ ਹੈ ਜੀ ਦੈਨ ਉਸ ਤੋਂ ਬਾਅਦ ਇਸ ਫਲੋਰੀਨ ਦਾ ਆਕਟੇਟ ਕੰਪਲੀਟ ਹੋਇਆ ਪਿਆ ਤਾਂ ਅਗਰ ਦੋਨੇ ਫਲੋਰੀਨਸ ਦਾ ਆਕਟੇਟ ਕੰਪਲੀਟ ਹੋਇਆ ਪਿਆ ਤੇ ਸਾਈਜ਼ ਬਹੁਤ ਛੋਟਾ ਬਟ ਇਲੈਕਟ੍ਰॉन ਜ਼ਿਆਦਾ ਨੇ ਠੀਕ ਹੈ ਤੇ ਜਿਸ ਦੇ ਕਰਕੇ ਇੱਥੇ ਦੋਨੇ ਫਲੋਰੀਨਸ ਦੀ ਆਪਸ ਦੇ ਵਿੱਚ ਇੰਟਰ ਇਲੈਕਟ੍ਰੋਨਿਕ ਰਿਪਲਸ਼ਨ ਹੋ ਜਾਂਦੀ ਆ ਇੰਟਰ ਇਲੈਕਟ੍ਰੋਨਿਕ रिपल्शन ठीक है अगर इंटर इलैक्ट्रॉनिक रिपल्शन होगी इस बॉन्ड बहुत जल्दी की हो जाता ब्रेक हो जाता ठीक है तो इट मीनस इसकी बॉन्ड डिसोसिएशन एनर्जी की होंगी है बहुत घट इट हैज वेरी लो बॉन्ड डिसोसिएशन एनर्जी वेरी लो बॉन्ड डिसोसिएशन एनर्जी ਜਿਹੜੀ ਕਿ ਕਿੰਨੀ ਹੁੰਦੀ ਹੈ ਕਿ ਬੇਟਾ ਇਟ ਇਜ਼ ਓਨਲੀ 155 ਕਿਲੋ ਜੂਲ ਪਰ ਮੋਲ ਸਿਰਫ ਕਿੰਨੀ ਹੁੰਦੀ ਆ 155 ਕਿਲੋ ਜੂਲ ਪਰ ਮੋਲ ਜਿਹੜੀ ਕਿ એનર્ਜੀ ਇੰਨੀ ਜ਼ਿਆਦਾ ਘੱਟ ਹੁੰਦੀ ਹੈ ਕਿ ਹਲਕੀ ਜੀ ਤੁਸੀਂ ਇਹਨੂੰ ਪ੍ਰੋਵਾਈਡ ਕਰੋ ਨਾਲ ਦੀ ਨਾਲੇ ਬੌਂਡ ਬ੍ਰੇਕ ਹੋ ਜਾਊਗਾ ਤੇ ਰਿਐਕਸ਼ਨ ਐਕਸਪਲੋਸਿਵ ਹੋ ਜਾਊਗੀ ਠੀਕ ਹੈ ਤਾਂ ਫਲੋਰੀਨ ਬਹੁਤ ਜ਼ਿਆਦਾ ਰਿਐਕਟਿਵ ਕਿਉਂ ਆ ਬਿਕੋਜ਼ ਇਸ ਦੇ ਵਿੱਚ ਸਿੰਗਲ ਬੌਂਡ ਹੁੰਦਾ ਸਾਈਜ਼ ਛੋਟਾ ਹੁੰਦਾ ਠੀਕ ਹੈ ਇਲੈਕਟ੍ਰॉन्स ਜ਼ਿਆਦਾ ਹੁੰਦੇ ਨੇ ਤੇ ਜਿਹਦੇ ਕਰਕੇ ਇੰਟਰ ਇਲੈਕਟ੍ਰੋਨਿਕ ਰਿਪਲਸ਼ਨਸ ਹੋ ਜਾਂਦੀਆਂ ਨੇ ਤਾਂ ਬੌਂਡ ਡਿਸੋਸੀਏਸ਼ਨ એનર્ਜੀ ਬਹੁਤ ਘੱਟ ਹੁੰਦੀ ਹੈ 155 ਕਿਲੋ ਜੂਲ ਪਰ ਮੋਲ ਤੇ ਜਿਹਦੇ ਕਰਕੇ ਫਲੋਰੀਨ ਦਾ ਬੌਂਡ ਬਹੁਤ ਛੇਤੀ ਬ੍ਰੇਕ ਹੋ ਜਾਂਦਾ ਤੇ ਰਿਐਕਸ਼ਨ ਕੀ ਹੋ ਜਾਂਦੀ ਆ ਐਕਸਪਲੋਸਿਵ ਹੋ ਜਾਂਦੀ ਆ ਸਮਝ ਲੱਗੀ ਠੀਕ ਆ ਤਾਂ ਇੱਥੇ ਤੁਹਾਨੂੰ ਪਤਾ ਹੋਣਾ ਚਾਹੀਦਾ ਵਾਈ ਫਲੋਰੀਨ ਇਜ਼ ਮੋਰ ਰਿਐਕਟਿਵ ਬਿਕੋਜ਼ ਆਫ ਇਟ ਹੈਜ਼ ਵੈਰੀ ਲੋ ਬੌਂਡ ਡਿਸੋਸੀਏਸ਼ਨ એનર્ਜੀ ਹੁਣ ਅਗਰ ਮੈਂ ਤੁਹਾਨੂੰ ਕੰਪੈਰੀਜ਼ਨ ਕਰਵਾਵਾਂ ਗਰੁੱਪ 15 ਦਾ ਕੁਐਸਚਨ ਸੇਮ ਪੜ੍ਹ ਕੇ ਆਏ ਹੋ ਤੁਸੀਂ ਉੱਥੇ ਤੁਸੀਂ ਕਹਿੰਦੇ ਹੋ ਕਿ ਵਾਈ ਨਾਈਟ੍ਰੋਜਨ ਇਜ਼ ਇਨਰਟ ਨਾਈਟ੍ਰੋਜਨ ਨੂੰ ਕੀ ਕਿਹਾ ਸੀ ਇਨਰਟ ਕਿਹਾ ਸੀਗਾ ਐਟ ਰੂਮ ਟੈਂਪਰੇਚਰ ਤੇ ਉੱਥੇ ਕੀ ਰੀਜ਼ਨ ਸੀਗਾ ਬੇਟਾ ਕਿ ਨਾਈਟ੍ਰੋਜਨ ਆਪਸ ਦੇ ਵਿੱਚ ट्रिपल बॉन्ड ਦੇ ਵਿੱਚ ਐਗਜ਼ਿਸਟ ਕਰਦੀ ਆ ਠੀਕ ਹੈ ਨਾਈਟ੍ਰੋਜਨ ਆਪਸ ਦੇ ਵਿੱਚ ट्रिपल बॉन्ड ਦੇ ਵਿੱਚ ਐਗਜ਼ਿਸਟ ਕਰਦੀ ਹੈ ਤੇ ਜਿਹਦੇ ਕਰਕੇ ਦੀ ਬੌਂਡ ਡਿਸੋਸੀਏਸ਼ਨ એનર્ਜੀ ਬਹੁਤ ਹਾਈ ਹੁੰਦੀ ਆ ਤੇ ਮੈਂ ਤੁਹਾਨੂੰ ਇੱਥੇ ਐਗਜ਼ੈਕਟ ਵੈਲਿਊ ਵੀ ਦੱਸੀ ਸੀ ਨਾਈਟ੍ਰੋਜਨ ਦੀ ਬੌਂਡ ਡਿਸੋਸੀਏਸ਼ਨ એનર્ਜੀ ਕਿੰਨੀ ਹੁੰਦੀ ਆ 941.46 ਕਿਲੋ ਜੂਲ ਪਰ ਮੋਲ ਠੀਕ ਹੈ ਜੀ ਤਾਂ ਇਹ ਜ਼ਿਆਦਾ ਬੌਂਡ ਡਿਸੋਸੀਏਸ਼ਨ એનર્ਜੀ ਹੈ ਤੇ ਜਿਹਦੇ ਕਰਕੇ ਇਹ ਜ਼ਿਆਦਾ એનર્ਜੀ ਹੋਣ ਕਰਕੇ ਬੌਂਡ ਈਜ਼ੀ ਬ੍ਰੇਕ ਨਹੀਂ ਹੋਊਗਾ ਅਗਰ ਬੌਂਡ ਬ੍ਰੇਕ ਨਹੀਂ ਹੋ ਰਿਹਾ ਤਾਂ ਰਿਐਕਸ਼ਨਸ ਕੀ ਹੋਣਗੇ ਸਲੋ ठीक है तो नाइट्रोजन की होगी नॉन रिएक्टिव बट फ्लोरीन की है ज्यादा रिएक्टिव क्यों क्योंकि इस सिंगल बॉन्ड हुंदा ते बॉन्ड डिसोसीएशन एनर्जी बहुत घट हुंदी है समझ लगी ठीक है मैं नाल तुहानू जेड़े क्वेश्चन का कंपैरिजन बनदा मैं नाल हुण तक जिन्ने क्वेश्चन हो चुके ने वो सारे रिकैप करवाई जाऊंगी बेटा नाल दी नाल ठीक है तो ये सीगा अपने कोल क्वेश्चन नंबर 71 उस तो बाद आपां नेक्स्ट क्वेश्चन करदे हां क्वेश्चन नंबर 72 हुण समझो पुत्तर ध्यान नाल क्वेश्चन नंबर 72 ਦੇ ਵਿੱਚ ਕੀ ਆ ਬਹੁਤ ਇੰਪੋਰਟੈਂਟ ਕੁਐਸਚਨ ਆ ਗਿਆ ਹੈ ਹੈਲੋਜਨ ਮੋਲੀਕਿਊਲਸ ਆਰ ਕਲਰਡ ਇਨ ਨੇਚਰ ਵਾਈ ਹੈਲੋਜਨਸ ਆਰ colored in nature why halogens are colored in nature अगर तुसी इत्थे halogens ਦੀ ਗੱਲ ਕਰੋ ठीक है भी अपने कोल जिन्ने भी halogens ने सारियां ही गैसेस फॉर्म ਦੇ ਵਿੱਚ एग्जिस्ट ਕਰਦੇ ਨੇ ਤਾਂ ਸਾਰੇ ਦੇ ਸਾਰੇ halogens colored nature ਦੇ ਕਿਉਂ ਹੁੰਦੇ ਨੇ ठीक है ਤਾਂ ਹੁਣ ਦੇਖੋ ਅਗਰ ਫਲੋਰੀਨ ਦਾ ਕਲਰ ਦੀ ਗੱਲ ਕਰੋ ਬੇਟਾ ਤਾਂ ਇਸ ਦਾ ਕਲਰ ਕਿਹੜਾ ਹੁੰਦਾ ਲਾਈਟ ਯੈਲੋ ਕਲਰ ठीक है अगर क्लोरीन की गल करो तुसी ठीक है तो क्लोरीन भी गैस ਦੇ ਵਿੱਚ एग्जिस्ट करदी है इसका ਕਿਹੜਾ कलर ਹੁੰਦਾ ग्रीनिश येलो ठीक है अगर ब्रोमीन की गल करिए ब्रोमीन अपने को लिक्विड ਦੇ ਵਿੱਚ एग्जिस्ट करदी है इसका कलर ਕਿਹੜਾ होगा रेडिश ब्राउन ਕਿਹੜਾ कलर ਹੁੰਦਾ इसका रेडिश ब्राउन ठीक है आयोडीन की गल करिए बेटा तो आयोडीन सॉलिड ਦੇ ਵਿੱਚ एग्जिस्ट करदी है आयोडीन का ਕਿਹੜਾ कलर होना डार्क वायलेट
ठीक है। तो फर्स्ट ऑफ ऑल अपने को जितने भी हाइड्रोजन मॉलिक्यूल्स ने, ठीक है, इन्हां सारियां दा अपने कोले कोई डिफरेंट कलर्स ने, ठीक है। तो फ्लोरीन जिवें लाइट येलो कलर दी हुंदी है, क्लोरीन ग्रीनिश येलो कलर दी होनी आ, ते ब्रोमीन अपने कोले रेडिश ब्राउन कलर दे विच लिक्विड हुंदा, ब्रोमीन लिक्विड। आयोडीन अपने कोले डार्क वायलेट कलर दा हुंदा इन द फॉर्म ऑफ सॉलिड, ठीक है। तो हुण क्वेश्चन ये अराइज हुंदा कि इन्हां सारियां दा डिफरेंट कलर क्यों आ, ठीक है, व्हाई दे आर कलर्ड इन नेचर, ठीक है। हुण ध्यान नाल समझो बेटा, कंसैप्ट तुहानूं केमिस्ट्री दे विच किते भी कोई भी क्वेश्चन पूछा जावे, ठीक है, भी ये कंपाउंड कलर्ड है जी, ये कंपाउंड कलरलैस आ, तां उत्थे इक्को एक आंसर आउंदा हुंदा, दैट इज द इलैक्ट्रॉनिक ट्रांजिशंस, ठीक है। +1 +2 दे बेस ते, ठीक है, अगर तुहानूं कलर दा कोई क्वेश्चन पूछा जांदा तां उत्थे की शो करना तुसीं ने इलैक्ट्रॉनिक ट्रांजिशंस। थोड़ा जिहा हायर कंसैप्ट लैवल ते चलिए तो अपने कोल चार्ज ट्रांसफर कंपलैक्स भी आंसर हुंदा, ठीक है। बट थोड़े लैवल दे उत्ते अगर आपां बोर्ड पॉइंट ऑफ व्यू दे नाल देखिए, ठीक है, तां इहदा आंसर की होना इलैक्ट्रॉनिक ट्रांजिशंस, ठीक है जी। हुण समझो ध्यान नाल इलैक्ट्रॉनिक ट्रांजिशंस हुंदी है की नहीं गया। फर्स्ट ऑफ ऑल इलैक्ट्रॉनिक ट्रांजिशंस दे विच की होगा बेटा, आपको सारे ही मॉलिक्यूल्स कलर्ड क्यों दिखते हैं। मैं इत्थे एक सिंपल जी एग्जांपल लेके जा रही हूं, लाइक से एग्जांपल आपां आयोडीन दा मॉलिक्यूल लेने आ, ठीक है। आयोडीन दी इलैक्ट्रॉनिक कन्फिगरेशन की हुंदी है अपने कोल 5s2 5p5 5s2 5p5, ठीक है। हुण एक केस दे विच देखो अपने कोले आयोडीन आ जिहड़ी, ठीक है, इस दे विच नंबर ऑफ इलैक्ट्रॉन्स पे ने, ठीक है। अगर मैं सब तो बाहर वाला शैल इत्थे बनावा कि इत्थे अपने कोले 5p दे कोले जो अपने कोले ये 5p शैल आ, ठीक है, इस दे कोल अपने कोल 5 इलैक्ट्रॉन्स पे ने, ठीक है। 5p दे कोल कितने इलैक्ट्रॉन्स पे ने पुत्र जी, 5 इलैक्ट्रॉन्स, ठीक है। ते उस तो बाद अगर आपां इत्थे s दी गल करिए ते अपने कोले s दे कोल इलैक्ट्रॉन्स पे ने, ठीक है। हुण देखो जदों आपां इन्हां नूं हल्का जिहा, ठीक है, रूम टैंपरेचर ते लैके आने आ तां इन्हां दे जिहड़े इलैक्ट्रॉन्स नेगे बहुत जल्दी एक्साइट हो जांदे ने। हुण एक्साइट क्यों हो जांदे ने इन्हां दे इलैक्ट्रॉन्स, क्योंकि देखो पुत्र इन्हां दे जिहड़े इलैक्ट्रॉन पे ने सब तो बाहर वाले शैल दे विच लूजली बाउंड इलैक्ट्रॉन हुंदे ने, ठीक है। अगर आपां इहनूं हल्की जी एनर्जी प्रोवाइड करिए, ठीक है, जां हीट प्रोवाइड करिए तां इलैक्ट्रॉन ने जिहड़े वो जंप करके कित्थे चले जांदे ने, एक्साइटेड स्टेट दे विच, ठीक है। तो ग्राउंड स्टेट आ किहड़ी स्टेट आ गई अपने कोले, ग्राउंड स्टेट तो जंप करके कित्थे चला जाऊगा इलैक्ट्रॉन, एक्साइटेड स्टेट दे विच। हुण समझो पुੱਤਰ ध्यान नाल ਜਿਹੜਾ ਇਲੈਕਟ੍ਰੋਨ ਗਰਾਊਂਡ ਸਟੇਟ ਤੋਂ ਜੰਪ ਕਰਕੇ ਐਕਸਾਈਟਡ ਸਟੇਟ ਦੇ ਵਿੱਚ ਗਿਆ, ਠੀਕ ਹੈ, ਤਾਂ ਆਬਵੀਅਸ ਉਹ ਇਲੈਕਟ੍ਰੋਨ એનર્ਜੀ ਐਬਜ਼ੌਰਬ ਕਰਕੇ ਗਿਆ ਹੋਊਗਾ, ਠੀਕ ਹੈ। ਤੇ ਜਿਹੜਾ ਉਹ ਇਲੈਕਟ੍ਰੋਨ ਗਰਾਊਂਡ ਸਟੇਟ ਤੋਂ ਐਕਸਾਈਟਡ ਸਟੇਟ ਦੇ ਵਿੱਚ એનર્ਜੀ ਐਬਜ਼ੌਰਬ ਕਰਕੇ ਗਿਆ, ਉਹ એનર્ਜੀ ਐਬਜ਼ੌਰਬ ਕਰਕੇ ਜਾਂਦਾ ਪੁੱਤਰ ਵਿਜ਼ੀਬਲ ਰੀਜਨ ਦੇ ਵਿੱਚੋਂ, ਠੀਕ ਹੈ, ਕਿਤੋਂ ਵਿਜ਼ੀਬਲ ਰੀਜਨ ਚੋਂ। ਤਾਂ ਵਿਜ਼ੀਬਲ ਰੀਜਨ ਦੇ ਵਿੱਚ ਟੋਟਲ 7 ਕਲਰਸ ਹੁੰਦੇ ਨੇ, ਠੀਕ ਹੈ। 7 ਕਲਰ ਕਿਹੜੇ-ਕਿਹੜੇ ਹੁੰਦੇ ਨੇ, ਵਿਬਗਿਓਰ, ਕਿਹੜੇ ਹੁੰਦੇ ਨੇ 7 ਕਲਰ, ਵਿਬਗਿਓਰ, ਠੀਕ ਹੈ। ਇਹ 7 ਕਲਰਸ ਹੁੰਦੇ ਨੇ ਆਪਣੇ ਕੋਲ। ਤਾਂ ਹੁਣ ਦੇਖੋ ਇਹਨਾਂ 7 ਕਲਰਸ ਦੇ ਵਿੱਚੋਂ ਹੁਣ ਆਪਾਂ ਅਗਰ ਆਇਓਡੀਨ ਦੀ ਗੱਲ ਕਰੀਏ ਤਾਂ ਆਇਓਡੀਨ ਦਾ ਮੋਸਟ ਸਭ ਤੋਂ ਦੂਰ ਵਾਲਾ ਸ਼ੈਲ ਹੋ ਗਿਆ 5th ਸ਼ੈਲ, ਠੀਕ ਹੈ। ਤੇ ਇਲੈਕਟ੍ਰੋਨ ਬਹੁਤ ਲੂਜ਼ਲੀ ਹੈਲਡ ਆ, ਤਾਂ ਸਭ ਤੋਂ ਘੱਟ એનર્ਜੀ ਦੀ ਲਾਈਟ ਆ ਗਈ ਜਿਹੜੀ ਇੱਥੋਂ ਅਬਜ਼ੌਰਬ ਕਰਕੇ ਜਾਊਗਾ, ਉਹ ਕਿਹੜੀ ਹੈ ਬੇਟਾ, ਇੱਥੇ ਯੈਲੋ, ਠੀਕ ਹੈ। ਆਪਾਂ ਨੂੰ ਪਤਾ ਨਾ ਜਦੋਂ ਆਪਾਂ ਟੌਪ ਟੂ ਬਾਟਮ ਜਾਂਦੇ ਤਾਂ એનર્ਜੀ ਕੀ ਹੁੰਦੀ ਆ, डिक्रीज होती है, एनर्जी डिक्रीज, ठीक है। तो इतने किहड़े कलर की लाइट एब्जॉर्ब करके ग्राउंड स्टेट तो एक्साइटेड स्टेट दे विच गया, हो येलो कलर की लाइट नूं एब्जॉर्ब करके गया, ठीक है। तो हुण देखो जदों इलैक्ट्रॉन एक्साइटेड स्टेट ते पहुंच गया, हुण तुहानूं पता भी एक्साइटेड स्टेट ते जिहड़ा इलैक्ट्रॉन हुंदा, ठीक है, वो अनस्टेबल हुंदा, मीनस ज्यादा टाइम तक उत्थे नहीं रुक सकदा। तां इलैक्ट्रॉन नूं वापस तां आउणा ही पैना, ठीक है। तां इलैक्ट्रॉन जदों ग्राउंड स्टेट तो एक्साइटेड स्टेट ते जांदा ते एक्साइटेड स्टेट तो दोबारा फिर वापस वो ग्राउंड स्टेट ते आंदा, ठीक है। तो जिन्नी एनर्जी बेटा जी एब्जॉर्ब करके ऊपर गया सीगा, उन्नी एनर्जी ऊपर तो जदों नीचे आऊगा वो एनर्जी की करूगा, डिसिपेट करूगा, ठीक है। उन्नी एनर्जी की कर दूगा, वो रिलीज कर दूगा। तो वो एनर्जी जी रिलीज करूगा वो भी इन द फॉर्म ऑफ कलर ही रिलीज करूगा, ठीक है, वो भी इन द फॉर्म ऑफ कलर ही रिलीज करूगा। बट जेड़ा वो कलर रिलीज करूगा बेटा, वो कलर पहला वाले एब्जॉर्ब्ड कलर दे नालों की होना, कॉम्प्लीमेंटरी कलर होना। केड़ा कलर होना, कॉम्प्लीमेंटरी कलर। हुण कॉम्प्लीमेंटरी कलर मतलब जेड़े कंट्रास्ट कलर हुंदे ने, मैचिंग कलर हुंदे ने, ठीक है। जिद्दां येलो दा कंट्रास्ट कलर केड़ा होगा, वायलट, ठीक है। तो अगर ये येलो कलर दी लाइट एब्जॉर्ब करके
ग्राउंड स्टेट तो एक्साइटेड स्टेट ते इलैक्ट्रॉन पहुंच गया तो उदा ही सेम बेटा ये एक्साइटेड स्टेट तो वापस आने वेले ठीक है येलो का कॉम्पलीमेंटरी कलर केड़ा वायलट तो केड़ा कलर रिलीज करूगा केड़े कलर की फॉर्म दे विच एनर्जी रिलीज करूगा वायलट कलर की फॉर्म दे विच ते जेड़े कलर की एनर्जी रिलीज करूगा ठीक है ओही कलर अपनी आइस तक पहुंचूगा ठीक है तो आपां नूं जेड़ा मॉलिक्यूल आ ओदा भी आपां नूं ओही सेम कलर दिखना तो आपां नूं आयोडीन दा केड़ा कलर शो हुंदा वायलट कलर ठीक है तो देखो जो इलैक्ट्रॉन ग्राउंड तो एक्साइटेड दे गया एक्साइटेड तो वापस ग्राउंड ते आए चीज नूं कहंदे ने इलैक्ट्रॉनिक ट्रांजिशंस ठीक है ये सारी कहानी नूं की कहंदे ने बेटा इलैक्ट्रॉनिक ट्रांजिशंस ते सारियां ही जेडे अपने कोले एलिमेंट्स मॉलिक्यूल्स नेगे इन्हां सारियां दा कलर किदे करके आउंदा इलैक्ट्रॉनिक ट्रांजिशंस करके आउंदा समझ लगी ठीक है तां करके अपने कोले आयोडीन है जेड़ा आपां नूं डार्क वायलट कलर दा शो हुंदा ठीक है हुण तुसीं एग्जांपल फ्लोरीन दी लै सकदे हो फ्लोरीन का केड़ा कलर शो होंदा देखो लाइट येलो अगर सेम आप फ्लोरीन की गल करिए तो फ्लोरीन की इलैक्ट्रॉनिक कन्फिगरेशन की होंदी है 2s2 2p5 ठीक है जी तो इस केस दे विच अपने कोले s दे कोले दो सॉरी 2s2 2p5 ते शैल छोटा होने करके ठीक है इलैक्ट्रॉन ते न्यूक्लियस की आपस दे विच अट्रैक्शन ज्यादा हुंदी आ अट्रैक्शन ज्यादा होने करके बेटा इत्थे अपने कोल जिहड़ा फ्लोरीन आ वो जदों इलैक्ट्रॉन ग्राउंड स्टेट तो एक्साइटेड स्टेट दे विच जाऊगा तो ज्यादा एनर्जी दी लाइट अब्सॉर्ब करूगा मींस इत्थे फिर वो वायलट कलर दी लाइट लेके जाऊगा ठीक है तो वापस आने वाले केड़ा कलर दे दूगा फिर वायलट दा कॉम्प्लीमेंटरी येलो तो वापस आने वाले केड़ा कलर दिंदा येलो तां करके अपने कोल फ्लोरीन दा कलर केड़ा आ जांदा येलो कलर आ जांदा क्लीयर है ठीक है तो बहुत इंपॉर्टेंट क्वेश्चन आ हैलोजेंस कलर्ड नेचर दे क्यों हुंदे ने ठीक है +1 दे विच भी ग्रुप 13 च पढ़ के आए हो तुसीं अल्कली मेटल्स दे भी कलर नेगे ठीक है ग्रुप 13 दे विच भी क्वेश्चन आंदा है बेटा ठीक है तो उत्थे भी सेम आंसर आ इलैक्ट्रॉनिक ट्रांजिशंस दा ठीक है बहुत सिंपल जी लैंग्वेज दे विच समझाया मैं तुहानूं डायग्राम्स दे नाल ठीक है तो बहुत ईजी है इहनूं बहुत इंपॉर्टेंट है ध्यान दे नाल इहनूं चंगी तरह समझ के नोट्स रेडी कर लियो ठीक है तो क्वेश्चन नंबर 72 कंप्लीट होया उस तो बाद नेक्स्ट ਆਪਾਂ स्टार्ट करते हैं क्वेश्चन नंबर 73 क्वेश्चन नंबर 73 ठीक है जी क्वेश्चन देखो कि आ वाई फ्लोरीन always exhibits an oxidation state of -1 give reason while other elements or halogens की गल कर रहे हैं ਆਪਾਂ और other halogens shows multiple oxidation state Fluorine always exhibits oxidation state -1 means कहने का मतलब की हैगा फ्लोरीन क्लोरीन ब्रोमीन आयोडीन एंड एस्टाटाइन अपन नहीं कंसीडर करांगे क्योंकि वो एक रेडियो एक्टिव एलिमेंट आ ठीक है तो हुण देखो बेटा हुण इस दे विच जिहड़ी फ्लोरीन आ इससे सिर्फ ऑक्सीडेशन स्टेट कितनी है -1 ठीक है बट द रेस्ट ऑफ एलिमेंट लाइक क्लोरीन ब्रोमीन आयोडीन ठीक है इन्हां दी ऑक्सीडेशन स्टेट केड़ी हो सकती है वेरिएबल -1 +1 ठीक है +3 देन +5 देन +7 ठीक है मतलब इन्नी सारी ऑक्सीडेशन स्टेट हो सकती ने पर फ्लोरीन दी सिर्फ की हुंदी है -1 हुंदी है ठीक है अगर तुहानूं मैं याद करवावां ग्रुप 16 च भी सेम क्वेश्चन करके आए हो तुसीं ठीक है उत्थे क्वेश्चन की सी ऑक्सीजन सल्फर सेलेनियम टैलरियम ठीक है जी ऑक्सीजन दी ऑक्सीडेशन स्टेट सिर्फ -2 आ बाकी रेस्ट ऑफ एलिमेंट्स दी की है -2 +2 +4 +6 सेम डिटो क्वेश्चन करके आए तुसीं ग्रुप 16 दे विच ते हुण आपां किहदा कर रहे हैं ग्रुप 17 दा कर रहे हैं ठीक है तो हुण देखो राजे इन्हां दी ऑक्सीडेशन स्टेट किदां तुसीं एक्सप्लेन करना कि फ्लोरीन दी अपने कोल इलैक्ट्रॉनिक कन्फिगरेशन हुंदी है 2s2 2p5 तो इत्थे अपने कोल फ्लोरीन दे कोल s दे कोल 2 इलैक्ट्रॉन्स हुंदे ने ठीक है जी ते p दे कोल कितने इलैक्ट्रॉन्स हुंदे ने बेटा टोटल 5 इलैक्ट्रॉन्स 2p5 ठीक है टोटल p कोल 5 इलैक्ट्रॉन्स हुंदे ने हुण देखो 2s2p5
पी कोले सिर्फ एक इलैक्ट्रॉन घट आ, अगर एक इलैक्ट्रॉन इन्हें मिल जाए तो ये कोल वैलेंस शेल दे विच 6 इलैक्ट्रॉन कंप्लीट हो जाएंगे। ठीक है, सॉरी वैलेंस शेल दे विच टोटल 8 इलैक्ट्रॉन कंप्लीट हो जाएंगे। ठीक है, तो अगर ये एक इलैक्ट्रॉन लै लेवे, ठीक है, तो इसके कोल ऑक्सीडेशन स्टेट कितनी आ जानी है -1। क्लीयर। बट इन केस ऑफ क्लोरीन, ब्रोमीन, आयोडीन इन्हां सारिਆਂ ਦੇ केस ਵਿੱਚ ਕੀ ਹੁੰਦਾ ਅੱਗੇ d ऑर्बिटल्स आ ਜਾਂਦੇ ਨੇ ਕਿਉਂਕਿ ਸਾਰਿਆਂ ਦੀ ਕਨਫੀਗਰੇਸ਼ਨ ਕਿੱਥੋਂ ਸਟਾਰਟ ਹੁੰਦੀ ਆ 3 ਤੋਂ। ठीक है, ਹੁਣ ਆਪਾਂ क्लोरीन ਦੀ एग्जांपल लेके चलते हैं। क्लोरीन ਦੇ केस ਦੇ ਵਿੱਚ ਕੀ ਹੋਊਗਾ 3s2 3p5। ठीक है, ਤਾਂ ਇੱਥੇ ਆਪਣੇ ਕੋਲੇ क्लोरीन ग्राउंड स्टेट ਦੇ ਵਿੱਚ 3s ਦੇ ਵਿੱਚ 2 ਇਲੈਕਟ੍ਰੌਨ ਪਏ ਨੇ। ਦੈਨ ਉਸ ਤੋਂ ਬਾਅਦ 3p ਦੇ केस ਦੇ ਵਿੱਚ ਆਪਣੇ ਕੋਲੇ ਕੀ ਆ ਗਿਆ 3s 3p, ਇੱਥੇ ਆਪਣੇ ਕੋਲੇ 3p ਕੋਲ ਕਿੰਨੇ ਇਲੈਕਟ੍ਰੌਨ ਆ ਗਏ ਬੇਟਾ 5 ਇਲੈਕਟ੍ਰੌਨਸ। ਠੀਕ ਹੈ ਜੀ, ਤਾਂ ਹੁਣ ਦੇਖੋ ਇੱਥੇ ਜਿਹੜਾ क्लोरीन ਇੱਕ ਇਲੈਕਟ੍ਰੌਨ ਅਸੈਪਟ ਵੀ ਕਰ ਸਕਦਾ ਤਾਂ -1 ਆ ਗਿਆ, ਇਹ ਇੱਕ ਇਲੈਕਟ੍ਰੌਨ ਲੌਸ ਵੀ ਕਰ ਸਕਦਾ। ਠੀਕ ਹੈ, ਕਿਉਂਕਿ ਇਹਦਾ ਸਾਈਜ਼ ਵੱਡਾ ਹੋ ਗਿਆ ਤਾਂ +1 ਆ ਗਿਆ। ਠੀਕ ਹੈ, ਇਹ ਕਿਹੜੀ ਸਟੇਟ ਆ ਗਈ ਗਰਾਊਂਡ ਸਟੇਟ। ਉਸ ਤੋਂ ਬਾਅਦ ਕੀ ਆ ਰਹੀ ਆ ਐਕਸਾਈਟਡ ਸਟੇਟ। ਫਸਟ ਐਕਸਾਈਟਡ ਸਟੇਟ ਦੀ ਆਪਾਂ ਗੱਲ ਕਰੀਏ ਪੁੱਤਰ ਤਾਂ 3s ਦੈਨ ਉਸ ਤੋਂ ਬਾਅਦ 3p। ਠੀਕ ਹੈ, ਤਾਂ ਹੁਣ 3s 3p ਦੇ ਕੇਸ ਦੇ ਵਿੱਚ ਉਸ ਤੋਂ ਬਾਅਦ ਆਪਣੇ ਕੋਲ ਅਗਲੇ ਆਰਬਿਟਲਸ ਕਿਹੜੇ ਹੁੰਦੇ ਨੇ 3d ਆਰਬਿਟਲਸ। ਕਿਹੜੇ ਹੁੰਦੇ ਨੇ ਪੁੱਤਰ 3d ਆਰਬਿਟਲ। ਅਗਰ ਮੈਂ ਇੱਥੇ ਇੱਕ ਇਲੈਕਟ੍ਰੌਨ ਐਕਸਾਈਟ ਕਰਵਾ ਦਾਂ ਤਾਂ 3p ਵਾਲਾ ਜੰਪ ਹੋ ਕੇ ਕਿੱਥੇ ਚਲਾ ਜਾਣਾ 3d ਦੇ ਵਿੱਚ। ਠੀਕ ਹੈ, ਤਾਂ ਹੁਣ ਇੱਥੇ ਅਗਰ ਇੱਕ ਇਲੈਕਟ੍ਰੌਨ ਨੇ ਜੰਪ ਹੋ ਕੇ ਚਲਾ ਗਿਆ ਤੇ ਇਟ ਮੀਨਸ ਇੱਥੇ ਆਪਣੇ ਕੋਲੇ ਐਕਸਾਈਟਡ ਸਟੇਟ ਆਪਾਂ ਸ਼ੋ ਕਰਦੇ ਹਾਂ ਹੁਣ ਇੱਥੇ। ਠੀਕ ਹੈ, ਐਕਸਾਈਟਡ ਸਟੇਟ ਦੇ ਵਿੱਚ ਕੀ ਹੋਊਗਾ ਬੇਟਾ ਅਗਰ 3p ਵਾਲਾ ਇੱਕ ਇਲੈਕਟ੍ਰੌਨ ਜੰਪ ਹੋ ਕੇ ਕਿੱਧਰ ਚਲਾ ਗਿਆ ਪੁੱਤਰ 3d ਦੇ ਵਿੱਚ, ਤਾਂ ਦੇਖੋ ਆਪਣੇ ਕੋਲੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਿਸ ਟਾਈਪ ਦੀ ਰਹਿ ਜਾਣੀ ਹੈਗੀ। ਇਹ ਇਲੈਕਟ੍ਰੌਨ ਜੰਪ ਹੋ ਕੇ ਇਸ ਤਰਫ ਚਲਾ ਗਿਆ, ਕਿੰਨੇ ਐਂਪੀਅਰ ਇਲੈਕਟ੍ਰੌਨ ਹੋ ਗਏ 3। ਠੀਕ ਹੈ, ਤਾਂ 3 ਇਲੈਕਟ੍ਰੌਨ ਲਾਸ ਹੋ ਸਕਦੇ ਨੇ ਤਾਂ ਇਟ ਮੀਨਸ ਇੱਥੇ ਕਲੋਰੀਨ ਦੀ ਆਕਸੀਡੇਸ਼ਨ ਸਟੇਟ ਕਿੰਨੀ ਆ ਗਈ +3। ਠੀਕ ਹੈ, ਉਸ ਤੋਂ ਬਾਅਦ ਸੈਕੰਡ ਐਕਸਾਈਟਡ ਸਟੇਟ ਦੀ ਆਪਾਂ ਗੱਲ ਕਰਦੇ ਹਾਂ। ਸੈਕੰਡ ਐਕਸਾਈਟਡ ਸਟੇਟ, ਸੈਕੰਡ ਐਕਸਾਈਟਡ ਸਟੇਟ ਦੇ ਵਿੱਚ ਅਗਰ 3p ਵਾਲਾ ਠੀਕ ਹੈ ਇਲੈਕਟ੍ਰੌਨ ਜੰਪ ਹੋ ਕੇ ਇਹ ਵੀ ਕਿੱਥੇ ਚਲਾ ਜਾਵੇ 3d ਦੇ ਵਿੱਚ ਚਲਾ ਜਾਵੇ ਤੇ ਦੇਖੋ 3s 3p 3d s ਵਾਲੇ ਦਾ ਸੇਮ ਪਏ ਨੇ ਇਲੈਕਟ੍ਰੌਨ। ਹੁਣ ਸਮਝੋ ਬੇਟਾ ਧਿਆਨ ਨਾਲ ਅਗਰ ਇਹ ਵਾਲਾ ਇਲੈਕਟ੍ਰੌਨ ਜੰਪ ਹੋ ਕੇ ਕਿੱਧਰ ਚਲਾ ਜਾਵੇ ਠੀਕ ਹੈ 3d ਦੇ ਵਿੱਚ ਚਲਾ ਜਾਵੇ ਤਾਂ ਟੋਟਲ ਕਿੰਨੇ ਐਂਪੀਅਰ ਇਲੈਕਟ੍ਰੌਨ ਹੋ ਗਏ 5 ਐਂਪੀਅਰ ਇਲੈਕਟ੍ਰੌਨ। ਤਾਂ ਆਕਸੀਡੇਸ਼ਨ ਸਟੇਟ ਕਿੰਨੀ ਹੋ ਸਕਦੀ ਆ +5। ਠੀਕ ਹੈ, ਉਸ ਤੋਂ ਬਾਅਦ ਐਕਸਾਈਟਡ ਸਟੇਟ ਥਰਡ ਐਕਸਾਈਟਡ ਸਟੇਟ ਦੀ ਗੱਲ ਕਰੀਏ ਤਾਂ 3s 3p ਦੈਨ ਉਸ ਤੋਂ ਬਾਅਦ 3d। ਹੁਣ ਅਗਰ 3s ਵਾਲਾ ਵੀ ਇਲੈਕਟ੍ਰੌਨ ਜੰਪ ਹੋ ਕੇ ਕਿੱਧਰ ਚਲਾ ਜਾਵੇ ਆਪਣੇ ਕੋਲ 3d ਦੇ ਵਿੱਚ। ਠੀਕ ਹੈ, ਤਾਂ ਆਪਣੇ ਕੋਲ ਟੋਟਲ ਕਾਊਂਟ ਕਰੋ ਕਿੰਨੇ ਐਂਪੀਅਰ ਇਲੈਕਟ੍ਰੌਨ ਹੋ ਗਏ ਇੱਥੇ ਟੋਟਲ 7। ਤਾਂ ਇੱਥੇ ਆਕਸੀਡੇਸ਼ਨ ਸਟੇਟ ਕਿੰਨੀ ਆ ਜਾਣੀ ਆ +7। ਕਲੀਅਰ ਆ। ਤਾਂ ਇੱਥੇ ਆਪਣੇ ਕੋਲ ਡਿਫਰੈਂਟ ਆਕਸੀਡੇਸ਼ਨ ਸਟੇਟਸ ਤਾਂ ਆਉਂਦੀਆਂ ਨੇ ਜੀ ਡਿਊ ਟੂ ਪ੍ਰੈਜ਼ੈਂਸ ਆਫ ਅ ਵੈਕੈਂਟ d ऑर्बिटल्स। ठीक है, जो कि फ्लोरीन दे कोले नहीं हैगे। अगर फ्लोरीन कोले 2d हुंदा ठीक है एग्जिस्ट करदा हुंदा ਤਾਂ ਆਪਣੇ ਕੋਲ ਵੇਰੀਏਬਲ ਇਸੇ ਵੀ ਆ ਜਾਣੀ ਸੀ ਬਟ 2s 2p ਤੋਂ ਬਾਅਦ ਬੇਟਾ 3s ਸ਼ੈਲ ਆ ਜਾਂਦਾ। ਠੀਕ ਹੈ, ਤੇ ਜਿਸ ਦੇ ਕਰਕੇ ਆਪਣਾ ਆਕਟੇਟ ਐਕਸਟੈਂਡ ਨਹੀਂ ਕਰ ਸਕਦੀ ਤਾਂ ਫਲੋਰੀਨ ਦੀ ਸਿਰਫ -1 ਆਕਸੀਡੇਸ਼ਨ ਸਟੇਟ ਹੁੰਦੀ ਆ। ਬਾਕੀ ਰੈਸਟ ਆਫ ਐਲੀਮੈਂਟਸ ਦੀ ਆਕਸੀਡੇਸ਼ਨ ਸਟੇਟ ਵੇਰੀ ਕਰ ਸਕਦੀ ਆ ਡਿਊ ਟੂ ਦ ਪ੍ਰੈਜ਼ੈਂਸ ਆਫ ਦ 3d ऑर्बिटल्स। ओके, बहुत इंपॉर्टेंट आ। अगर एग्जाम ਦੇ ਵਿੱਚ क्वेश्चन ਆਉਂਦਾ ਤਾਂ ਤੁਸੀਂ ਐਦਾਂ ਹੀ ਫਰਸਟ ਐਕਸਾਈਟਡ ਸਟੇਟ ਸੈਕੰਡ ਐਕਸਾਈਟਡ ਸਟੇਟ ਥਰਡ ਐਕਸਾਈਟਡ ਸਟੇਟ ਬਣਾ ਕੇ ਇਲੈਕਟ੍ਰੌਨਸ ਟ੍ਰਾਂਜੀਸ਼ਨ ਸ਼ੋ ਕਰਕੇ ਤੁਸੀਂ ਉਹਨੂੰ ਐਕਸਪਲੇਨ ਕਰਨਾ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਨੰਬਰ 73 ਤੋਂ ਬਾਅਦ ਬੇਟਾ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ ਕੁਐਸਚਨ ਨੰਬਰ 74। ਕੁਐਸਚਨ ਨੰਬਰ 74 ਕੁਐਸਚਨ ਨੰਬਰ 74 ਕੁਐਸਚਨ ਕੀ ਆ why the halogens are strong oxidants? Why the halogens are strong oxidants? Why the halogens are strong oxidants? ਹੁਣ ਧਿਆਨ ਨਾਲ ਸਮਝੋ strong oxidants ਦਾ ਮਤਲਬ ਕੀ ਹੋਇਆ strong oxidizing agent। ਠੀਕ ਹੈ, ਕੀ ਮੀਨਿੰਗ ਹੋਇਆ ਇਹਦਾ स्ट्रॉन्ग ऑक्सीडाइजिंग एजेंट। ਹੁਣ ਦੇਖੋ ऑक्सीडाइजिंग एजेंट मैं की समझाया सी ਤੁਹਾਨੂੰ ऑक्सीडाइजिंग एजेंट मतलब की होया रिडक्शन।
बहुत क्वेश्चन कर चुके हैं पुत्र ਆਪਾਂ ਇਹਦੇ ਨਾਲ ਦੇ ठीक है ग्रुप 15 ਚ ਵੀ ਕੀਤੇ ਆ ग्रुप 16 ਚ ਵੀ ਕੀਤੇ ਆ ਤੇ ਹੁਣ ग्रुप 17 ਚ ਵੀ ਆਪਾਂ ਕਨਸੈਪਟ ਦੇਖੋ ਇੱਕੋ ਰੱਖ ਰਹੇ ਆ ਹਰ ਇੱਕ ਸੇਮ ਕਨਸੈਪਟ ਦੇ ਉੱਤੇ ਆਪਾਂ ਜਿੰਨੇ ਮਰਜ਼ੀ ਕੁਐਸਚਨ ਆ ਜਾਣ ਕਨਸੈਪਟ ਸੇਮ ਰੱਖ ਕੇ ਆਪਾਂ ਆਨਸਰ ਦਵਾਂਗੇ ਸਭ ਦਾ ਹੁਣ ਦੇਖੋ ਆਕਸੀਡਾਈਜ਼ਿੰਗ ਏਜੰਟ ਦਾ ਮਤਲਬ ਕੀ ਹੁੰਦਾ ਰਿਡਕਸ਼ਨ ਦੀ ਡੈਫੀਨੇਸ਼ਨ ਕੀ ਹੈ ਜੀ ਗੇਨ ਆਫ ਇਲੈਕਟ੍ਰॉन्स ਤੇ ਦੇਖੋ ਹੁਣ ਆਪਣੇ ਕੋਲ ਇਹ ਕੇਸ ਦੇ ਵਿੱਚ जो हैलोजेंस ने हैलोजेंस मींस फ्लोरीन क्लोरीन ब्रोमीन आयोडीन ठीक है इन्हां दी इलैक्ट्रॉनिक कन्फिगरेशन की है कि पुत्र अपने कोल NS2NP5 मतलब वैलेंस शेल दे विच किन्ने इलैक्ट्रॉन्स ने 7 इलैक्ट्रॉन्स ठीक है अगर इन्हां नू एक इलैक्ट्रॉन होर मिल जावे ठीक है तो किन्ने हो जाएंगे 8 इलैक्ट्रॉन्स ठीक है तो इट मीनस ये बहुत जल्दी एक इलैक्ट्रॉन की करनगे गेन करनगे बहुत छेती एक्सेप्ट करनगे सारे के सारे एलिमेंट जल्दी एक्सेप्ट कर लेंगे ने ठीक है सब दे उत्ते -1 का चार्ज हमेशा ही हुंदा बेटा ठीक है अगर ये किसी इलैक्ट्रोपॉजिटिव एलिमेंट दे नाल कंबाइन होण ठीक है तो बहुत जल्दी इलैक्ट्रॉन गेन करनगे बिकॉज इन्हां दे कोल वैलेंस शेल दे विच 7 इलैक्ट्रॉन हुंदे ने अगर एक इलैक्ट्रॉन मिल जाए तो 8 इलैक्ट्रॉन हो जाणगे ठीक है तो गेन ऑफ इलैक्ट्रॉन मीनस की हुंदा रिडक्शन मींस की हो गया ऑक्सीडाइजिंग एजेंट ਤਾਂ ਕਰਕੇ ਸਾਰੇ ਹੈਲੋਜਨਸ ਕੀ ਨੇ ਸਟਰੋਂਗ ਆਕਸੀਡੈਂਟਸ ਠੀਕ ਹੈ ਮਤਲਬ ਤੁਹਾਡੇ ਕੁਐਸਚਨ ਦੇ ਵਿੱਚ ਹੀ ਆਨਸਰ ਪਿਆ ਦੇਖੋ ਤੁਹਾਨੂੰ ਦੱਸਿਆ ਗਿਆ ਵੀ ਹੈਲੋਜਨਸ ਕੀ ਹੁੰਦੇ ਨੇ ਸਟਰੋਂਗ ਆਕਸੀਡੈਂਟਸ ठीक है तुम इस चीज की करना प्रूव करना हैलोजेंस भी पता थोड़ा ग्रुप 17 एलिमेंट्स ने थोड़ा ऑक्सीडेंट्स भी पता भी की होंगे ने ऑक्सीडेंट्स मतलब ऑक्सीडाइजिंग एजेंट मींस रिडक्शन मींस गेन ऑफ इलैक्ट्रॉन तो दस ही दिता ना तुहानू कि ये वाले जिहड़े हैलोजेंस होंगे ने जी इन्हां कोल 7 इलैक्ट्रॉन्स होंगे ने तो इलैक्ट्रॉन बहुत जल्दी गेन कर लेंगे ने अगर गेन कर लैण तो इन्हां दी वैलेंस शेल दे विच ऑक्टेट कंप्लीट हो जाना ठीक है तो जिहदे करके ईजी गेन ऑफ इलैक्ट्रॉन करके ये की होंगे ने स्ट्रॉन्ग ऑक्सीडेंट्स ओके तो यह सीगा क्वेश्चन नंबर 74 उस बाद नेक्स्ट क्वेश्चन करन जा रहे हैं बेटा पा क्वेश्चन नंबर 75 ध्यान नाल समझो बहुत इंपॉर्टेंट क्वेश्चन हैगा हुण क्वेश्चन नंबर 75 की है इत्थे अपने कोल वाई फ्लोरीन एंड क्लोरीन वाई क्लोरीन is gas while bromine is liquid and iodine is solid explain देखो बहुत ईजी आ सेम डिटो क्वेश्चन कर चुके हो तुसीं इहदे नाल दे ठीक है पहले मैं क्वेश्चन समझाता फिर मैं कंपैरिजन करके तुहानू बाकी दे क्वेश्चंस नाल क्लीयर करवाऊंगी कंसैप्ट ठीक है हुण देखो जी क्लोरीन ब्रोमीन आयोडीन ठीक है फ्लोरीन ते क्लोरीन नैचुरली किद्दां एग्जिस्ट करदे ने बेटा गैसेस फॉर्म दे विच ब्रोमीन किद्दां एग्जिस्ट करदी आ लिक्विड फॉर्म दे विच ब्रोमीन का क्वेश्चन भी आंदा कि कोई नॉन मेटल का नाम दसो जिहड़ी लिक्विड फॉर्म च एग्जिस्ट करदी है है ब्रोमीन ठीक है आयोडीन की है पुत्र अपने को सॉलिड फॉर्म दे विच ठीक है हुण देखो सपोज मान लो तुहानू आंसर नहीं पता भी ये गैस है लिक्विड है सॉलिड है क्यों आ ठीक है तुहानू एक चीज तो क्लीयर है ना भी गैस के पार्टिकल्स किहड़े हुंदे ने जिस दे विच इंटरमोलिकुलर स्पेस ज्यादा होवे ते इहदा मतलब ये होया भी फ्लोरीन ते क्लोरीन दे केस दे विच ਇਹ ਗੈਸ ਚ ਐਗਜ਼ਿਸਟ ਕਰਦੀ ਆ ਇਹਨਾਂ ਦੀ ਆਪਸ ਦੇ ਵਿੱਚ ਪਾਰਟੀਕਲਸ ਦੀ ਸਪੇਸ ਕੀ ਆ ਜ਼ਿਆਦਾ ਠੀਕ ਹੈ ਅਗਰ ਸਪੇਸ ਜ਼ਿਆਦਾ ਇਟ ਮੀਨਸ ਫੋਰਸਸ ਆਫ ਅਟਰੈਕਸ਼ਨਸ ਕੀ ਹੋਣਗੀਆਂ ਘੱਟ ਤਾਂ ਆਪਾਂ ਇੱਥੇ ਕੀ ਕਹਾਂਗੇ ਵੀਕ ਫੋਰਸਸ ਆਫ ਅਟਰੈਕਸ਼ਨ ਜਾਂ ਫਿਰ ਇਹਦੀ ਜਗ੍ਹਾ ਤੇ ਤੁਸੀਂ ਵਰਡ ਯੂਜ਼ ਕਰ ਸਕਦੇ ਹੋ ਵੀਕ ਵੰਡਰ ਵਾਲਸ ਫੋਰਸਸ ਆਫ ਅਟਰੈਕਸ਼ਨਸ ਵੀਕ ਵੰਡਰ ਵਾਲਸ फोर्सेस ऑफ अट्रैक्शन ठीक है हुण दूजी गल क्वेश्चन च तुहानू दस्सिया जा रहा है भी लिक्विड आ ठीक है मैं आंसर की कोई गल नहीं कर रही मैं सिर्फ क्वेश्चन नू ही थोड़ा जिहा होर इलैबोरेट कर रही हूं ठीक है तुहानू दस्सिया जा रहा है कि ब्रोमीन की है जी लिक्विड आ ठीक है हुण तुहानू पता कि लिक्विड किहड़ा हुंदा बहुत लोअर लैवल तो सिखाया जांदा लिक्विड मतलब जिस दे विच इंटरमोलिकुलर स्पेस की होवे घट होवे थोड़े जिहे पार्टिकल्स नेड़े आ जाण ठीक है तो इस दे विच की होगा थोड़ी जिही फोर्सेस दे कंपैरिजन की होणगीਆਂ ਜ਼ਿਆਦਾ होणगीਆਂ मीनस ਇੱਥੇ ਆਪਣੇ ਕੋਲ ਕੀ ਆ ਗਿਆ more forces of attraction ठीक है
उस तो बाद गल करते हैं आयोडीन की। आयोडीन तुहानूं की दस्सिया क्वेश्चन दे विच की आ सॉलिड आ। हुण सॉलिड दा मीनिंग भी तुहानूं पता है जिस दे विच एटम्स की होण क्लोजली पैक्ड होण, मॉलिक्यूल्स कह लो, एटम्स कह लो, आयंस कह लो, ठीक है। तो इत्थे अपने कोले जिहड़े एटम्स आयंस और मॉलिक्यूल्स ने की नेगे क्लोजली पैक्ड ने। फिलहाल आपां मॉलिक्यूल्स की गल कर रहे हैं, मॉलिक्यूल्स ने, ठीक है जी। तो आपां की कहांगे इत्थे मोर क्लोजली पैक्ड, मोर क्लोजली पैक्ड। मोर क्लोजली पैक्ड दा मतलब की होगा अपने कोल स्ट्रॉन्ग फोर्सेस ऑफ अट्रैक्शन, स्ट्रॉन्ग फोर्सेस ऑफ अट्रैक्शन। ਹੁਣ ਸਮਝੋ ਧਿਆਨ ਨਾਲ, ਇਹ ਸਭ ਕੁਝ ਮੈਂ ਕੁਐਸਚਨ ਦੇ ਬੇਸ ਤੇ ਦੱਸਿਆ। ਹੁਣ ਇੱਥੇ ਸਿਰਫ ਤੁਸੀਂ ਇੱਕ ਛੋਟਾ ਜਿਹਾ ਕਨਸੈਪਟ ਅਪਲਾਈ ਕਰਨਾ। ਹੁਣ ਇੱਥੇ ਕੀ ਹੈਗਾ ਆਪਣੇ ਕੋਲੇ ਕਿ ਪਾਰਟੀਕਲਸ ਦੂਰ ਦੂਰ ਨੇ, ਮਤਲਬ ਵੀਕ ਫੋਰਸਸ ਆਫ ਅਟਰੈਕਸ਼ਨ ਨੇ। ਵੀਕ ਫੋਰਸਸ ਆਫ ਅਟਰੈਕਸ਼ਨ ਕਿਉਂ ਹੋਣਗੀਆਂ? ਕਿਉਂਕਿ ਇੱਥੇ ਪਾਰਟੀਕਲਸ ਜਿਹੜੇ ਆਪਣੇ ਕੋਲੇ ਮੋਲੀਕੂਲਸ ਨੇ ਇਹਦਾ ਸਾਈਜ਼ ਕੀ ਹੈਗਾ ਸਮਾਲ ਆ, ਠੀਕ ਆ। ਫਲੋਰੀਨ ਦਾ ਤੇ ਕਲੋਰੀਨ ਦਾ, ਠੀਕ ਹੈ, ਸਾਈਜ਼। ਉਸ ਤੋਂ ਬਾਅਦ ਆਪਾਂ ਹੋਰ ਨੀਚੇ ਜਾਂਦੇ ਆ, ਸਾਈਜ਼ ਕੀ ਹੋ ਜਾਂਦਾ ਵੱਡਾ ਹੋ ਜਾਂਦਾ, ਠੀਕ ਹੈ। ਆਇਓਡੀਨ ਦਾ ਸਾਈਜ਼ ਹੋਰ ਵੀ ਵੱਡਾ ਹੋ ਜਾਂਦਾ, ਠੀਕ ਹੈ ਜੀ। ਜਿੰਨਾ ਪੁੱਤਰ ਜੀ ਇੱਥੇ ਸਾਈਜ਼ ਛੋਟਾ ਹੁੰਦਾ ਉਨੀਆਂ ਫੋਰਸਸ ਕੀ ਹੁੰਦੀਆਂ ਨੇ ਘੱਟ ਹੁੰਦੀਆਂ ਨੇ, ਠੀਕ ਹੈ। ਜਿੰਨਾ ਸਾਈਜ਼ ਥੋੜਾ ਜਿਹਾ ਹੋਰ ਵੱਡਾ ਹੋ ਜਾਊਗਾ ਉਨੀਆਂ ਫੋਰਸਸ ਆਫ ਅਟਰੈਕਸ਼ਨ ਕੀ ਹੋ ਜਾਣਗੀਆਂ ਥੋੜੀਆਂ ਜਿਹੀਆਂ ਵੱਧ ਜਾਣਗੀਆਂ, ਠੀਕ ਹੈ। ਆਇਓਡੀਨ ਦੇ ਕੇਸ ਦੇ ਵਿੱਚ ਆਪਣੇ ਕੋਲੇ ਸਾਈਜ਼ ਬਹੁਤ ਜ਼ਿਆਦਾ ਵੱਡਾ ਹੁੰਦਾ ਤਾਂ ਉਨੀਆਂ ਹੀ ਸਟਰੋਂਗ ਫੋਰਸਸ ਆਫ ਅਟਰੈਕਸ਼ਨ ਆ ਜਾਣਗੀਆਂ, ਠੀਕ ਹੈ। ਤੇ ਕਨਸੈਪਟ ਸਾਰਾ ਕਹਾਣੀ ਕੀ ਆ ਸਾਈਜ਼ ਦੀ ਆ, ਠੀਕ ਹੈ। ਤਾਂ ਤੁਸੀਂ ਕੀ ਕਹੋਗੇ ਫਲੋਰੀਨ ਤੇ ਕਲੋਰੀਨ ਦਾ ਸਾਈਜ਼ ਸਮਾਲ ਹੋਣ ਕਰਕੇ ਵੀਕ ਫੋਰਸਸ ਆਫ ਅਟਰੈਕਸ਼ਨ ਹੁੰਦੀਆਂ ਨੇ ਤੇ ਜਿਹਦੇ ਕਰਕੇ ਇਹ ਕਿਹੜੀ ਸਟੇਟ 'ਚ ਐਗਜ਼ਿਸਟ ਕਰਦੀਆਂ ਨੇ ਗੈਸਸ ਫਾਰਮ ਦੇ ਵਿੱਚ। ਵਾਈਲ ਇਨ ਕੇਸ ਆਫ ਬ੍ਰੋਮੀਨ ਦਾ ਸਾਈਜ਼ ਥੋੜਾ ਵੱਡਾ ਹੋਣ ਕਰਕੇ ਜ਼ਿਆਦਾ ਫੋਰਸਸ ਆਫ ਅਟਰੈਕਸ਼ਨ ਹੁੰਦੀਆਂ ਨੇ ਤਾਂ ਇਹ ਕਿਸ ਦੇ ਵਿੱਚ ਐਗਜ਼ਿਸਟ ਕਰਦਾ ਲਿਕੁਇਡ ਫਾਰਮ ਦੇ ਵਿੱਚ। ਔਨ ਦਾ ਅਦਰ ਹੈਂਡ ਇਨ ਕੇਸ ਆਫ ਆਇਓਡੀਨ ਦਾ ਸਾਈਜ਼ ਬਹੁਤ ਜ਼ਿਆਦਾ ਵੱਡਾ ਹੋਣ ਕਰਕੇ ਜ਼ਿਆਦਾ ਫੋਰਸਸ ਆਫ ਅਟਰੈਕਸ਼ਨ ਹੋਣਗੇ ਤਾਂ ਮੋਲੀਕੂਲਸ ਨੇੜੇ ਨੇੜੇ ਆਣਗੇ, ਠੀਕ ਹੈ। ਤਾਂ ਜਿਹਦੇ ਕਰਕੇ ਕਿਸ ਦੇ ਵਿੱਚ ਐਗਜ਼ਿਸਟ ਕਰ ਜਾਣਾ ਸੋਲਿਡ ਫਾਰਮ ਦੇ ਵਿੱਚ। ਓਕੇ ਬੇਟਾ ਕਲੀਅਰ ਹੈ। ਤਾਂ ਆਪਣੇ 5 ਕੁਐਸਚਨਸ ਹੋ ਗਏ, ਠੀਕ ਹੈ। ਲੈਕਚਰ 15 ਦੇ ਸੀਗੇ ਇਹ ਗਰੁੱਪ 17 ਐਲੀਮੈਂਟਸ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਤੁਸੀਂ ਨੋਟਸ ਬਣਾ ਲਓ। ਉਸ ਤੋਂ ਬਾਅਦ ਆਪਾਂ ਨੈਕਸਟ ਲੈਕਚਰ ਦੇ ਵਿੱਚ ਹੋਰ ਕੁਐਸਚਨਸ ਕਰਾਂਗੇ ਤੇ ਉਹਦੇ ਹੋਰ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੇ। ਵੀਡੀਓ ਨੂੰ ਧਿਆਨ ਨਾਲ ਦੇਖੋ, ਸਮਝੋ, ਨੋਟਸ ਬਣਾਓ। ਸਭ ਤੋਂ ਬੇਸਿਕ ਥਿੰਗ ਕਿ ਤੁਸੀਂ ਕਨਸੈਪਟ ਕਲੀਅਰ ਕਰੋ। ਸਮਝ ਲੱਗ ਗਈ, ਠੀਕ ਆ। ਹਾਂਜੀ ਸੱਚ ਆਪਾਂ ਗੱਲ ਕਰ ਰਹੇ ਸੀਗੇ ਇਹਦੇ ਨਾਲ ਦਾ ਕੁਐਸਚਨ ਆਪਾਂ ਬਹੁਤ ਕਰ ਚੁੱਕੇ ਆ। ਦੇਖੋ ਗਰੁੱਪ 15 ਦਾ ਕੁਐਸਚਨ ਮੈਂ ਤੁਹਾਨੂੰ ਦੱਸਿਆ ਸੀ ਵੀ ਨਾਈਟ੍ਰੋਜਨ ਕੀ ਆ ਗੈਸ ਆ, ਠੀਕ ਆ। ਤੇ ਫਾਸਫੋਰਸ ਕੀ ਆ ਸੋਲਿਡ, ਗਰੁੱਪ 15 ਦਾ ਕੁਐਸਚਨ। ਤੇ ਗਰੁੱਪ 16 ਦਾ ਕੁਐਸਚਨ ਆਪਾਂ ਨੇ ਪੜ੍ਹਿਆ ਸੀਗਾ ਕਿ ਆਕਸੀਜਨ ਕੀ ਆ ਗੈਸ ਤੇ ਸਲਫਰ ਕੀ ਆ ਐਸਿਡ, ਠੀਕ ਹੈ। ਸਲਫਰ ਕੀ ਹੈਗਾ ਆਪਣੇ ਕੋਲੇ ਸੋਲਿਡ, ਠੀਕ ਹੈ। ਐਦਾਂ ਹੀ ਗਰੁੱਪ 17 ਦਾ ਕੁਐਸਚਨ ਇਹ ਚ ਇੱਕ ਲਿਕੁਇਡ ਵੀ ਆ ਗਿਆ, ਠੀਕ ਹੈ। ਇਸ ਦੇ ਵਿੱਚ ਗੈਸ ਆ ਲਿਕੁਇਡ ਆ ਸੋਲਿਡ ਆ। ਸਾਰੇ ਕੁਐਸਚਨਸ ਦਾ ਆਨਸਰ ਸੇਮ ਆ। ਸਮਝ ਲੱਗ ਗਈ? ਸਾਰੇ ਕੁਐਸਚਨਸ ਦਾ ਆਨਸਰ ਕੀ ਹੈਗਾ ਬੇਟਾ ਇੱਥੇ ਆਪਣੇ ਕੋਲੇ ਸੇਮ ਆ, ਠੀਕ ਹੈ। ਨਾਈਟ੍ਰੋਜਨ ਗੈਸ ਆ ਜੀ, ਫਾਸਫੋਰਸ ਸੋਲਿਡ ਆ, ਆਕਸੀਜਨ ਗੈਸ ਆ, ਸਲਫਰ ਸੋਲਿਡ ਆ, ਫਲੋਰੀਨ ਕਲੋਰੀਨ ਗੈਸ ਆ, ਬ੍ਰੋਮੀਨ ਲਿਕੁਇਡ, ਆਇਓਡੀਨ ਸੋਲਿਡ ਆ। ਸਾਰਿਆਂ ਦੀ ਇੱਕੋ ਹੀ ਕਹਾਣੀ ਆ, ਠੀਕ ਹੈ। ਫੋਰਸਸ ਆਫ ਅਟਰੈਕਸ਼ਨ, ਫੋਰਸਸ ਆਫ ਅਟਰੈਕਸ਼ਨ ਡਿਪੈਂਡ ਕਰਦੀਆਂ ਨੇ ਸਾਈਜ਼ ਤੇ। ਜੇ ਸਾਈਜ਼ ਵੱਡਾ ਤਾਂ ਜ਼ਿਆਦਾ ਫੋਰਸਸ ਆਫ ਅਟਰੈਕਸ਼ਨ ਤਾਂ ਸੋਲਿਡ ਹੋਊਗਾ, ਜੇ ਸਾਈਜ਼ ਛੋਟਾ ਤਾਂ ਘੱਟ ਫੋਰਸਸ ਆਫ ਅਟਰੈਕਸ਼ਨ ਤਾਂ ਕੀ ਹੋਣਾ ਗੈਸ ਹੋਣਾ। ਕਲੀਅਰ ਹੈ ਬੇਟਾ, ਠੀਕ ਹੈ। ਇਸ ਦੇ ਪ੍ਰੋਪਰ ਨੋਟਸ ਬਣਾਓ, ਕਲੀਅਰ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ। ਜਿਹੜੇ ਸਟੂਡੈਂਟਸ ਨੇ ਚੈਨਲ ਨੂੰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ਖੁਦ ਕਰੋ ਬੇਟਾ, ਤੇ ਬਾਕੀ ਆਪਣੇ ਨਾਲ ਦੇ ਫਰੈਂਡਸ ਤੋਂ ਸਟੂਡੈਂਟਸ ਤੋਂ ਕਰਵਾਓ, ਠੀਕ ਹੈ। ਤਾਂ ਜੋ ਤੁਹਾਨੂੰ ਆਉਣ ਵਾਲੀਆਂ ਹਰ ਇੱਕ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀ ਰਹੇ। ਓਕੇ ਸਟੂਡੈਂਟਸ, ਥੈਂਕ ਯੂ ਬੇਟਾ।